ਅੱਜ ਦੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਆ ਇੰਡੀਅਨ ਐਕਸਪ੍ਰੈਸ ਦਾ ਫਰੰਟ ਪੇਜ ਤੇ ਇਹ ਦਿੱਲੀ ਦਾ ਹੈ ਨੈਸ਼ਨਲ ਜੋ ਪੇਪਰ ਆ ਇਹਦੇ ਚ ਫਰੰਟ ਪੇਜ ਤੇ ਆਈ ਆ 36 years after Sikh riots team picks up the evidence from the locked Kanpur house. SIT ने 36 ਸਾਲ ਤੋਂ ਇੱਕ ਘਰ ਜੋ ਬੰਦ ਪਿਆ ਜਿਹਦੇ ਚ ਦੋ ਸਿੱਖਾਂ ਨੂੰ ਨਵੰਬਰ 1984 ਨੂੰ ਦੋ ਸਿੱਖਾਂ ਨੂੰ ਮਾਰ ਕੇ ਜਲਾਤਾ ਸੀ ਉਹ ਘਰ ਉਦੋਂ ਦਾ ਬੰਦ ਰੱਖਿਆ ਵਾ ਹੁਣ ਜੋ SIT ਪੁਆਇੰਟ ਹੋਈ ਆ ਕਾਨਪੁਰ ਦਾ ਵਾਕਿਆ ਹੈ SIT ਨੇ ਜਾ ਕੇ ਉਹ ਘਰ ਨੂੰ ਖੋਲਿਆ ਤੇ ਉੱਥੋਂ ਐਵੀਡੈਂਸ ਕਲੈਕਟ ਕੀਤਾ ਉਹ ਸਿੱਖਾਂ ਨੂੰ ਮਾਰਨ ਦਾ ਤੇ ਨਾਲੇ ਉਹਨਾਂ ਨੂੰ ਜਲਾਉਣ ਦਾ ਉਹ ਹੁਣ ਜਾ ਕੇ SIT ਨੇ ਐਵੀਡੈਂਸ ਕਲੈਕਟ ਕੀਤਾ ਇਹ ਨਵੇਂ ਜਿਹੜੇ ਕੇਸ SIT ਨੇ ਖੋਲੇ ਆ ਉਹਨਾਂ ਵਿੱਚੋਂ ਇੱਕ ਕੇਸ ਆ ਇਸ ਦੇ ਵਿੱਚ 1 ਨਵੰਬਰ ਨੂੰ ਤੇਜ ਪ੍ਰਤਾਪ ਸਿੰਘ ਜੋ 45 ਸਾਲ ਦੇ ਸੀ ਤੇ ਉਹਨਾਂ ਦਾ ਬੇਟਾ ਸਤਪਾਲ ਸਿੰਘ ਜੋ ਸਿਰਫ 22 ਸਾਲ ਦਾ ਸੀ ਉਹਨਾਂ ਨੂੰ ਮੌਤ ਨੇ ਮਾਰਿਆ ਇਹ ਕਾਨਪੁਰ ਦਾ ਵਾਕਿਆ ਤੇ ਇਹ ਜਿਹੜਾ ਕਾਨਪੁਰ ਦੇ ਵਿੱਚ ਜੋ ਇਨਸੀਡੈਂਟ ਹੋਏ ਇਹ 1 ਨਵੰਬਰ ਨੂੰ ਸ਼ੁਰੂ ਤੋਂ ਹੋਏ ਤੇ ਇਹ ਸਾਰੇ ਜੋ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ ਉਹ ਉੱਥੋਂ ਦਾ ਜਿਹੜਾ DM ਸੀ ਬਰਜਿੰਦਰ ਉਹਦੇ ਕਰਕੇ ਹੋਇਆ ਉਸਨੇ ਆਪ ਕੋਲੇ ਖੜ ਖੜ ਕੇ ਮੌਤ ਤੋਂ ਸਿੱਖਾਂ ਨੂੰ ਕਤਲ ਕਰਵਾਇਆ ਇਹ ਮੈਨੂੰ ਯਾਦ ਆ ਉਹ 1985 ਚ ਜਦੋਂ ਮਿਸ਼ਰਾ ਕਮਿਸ਼ਨ ਅਪੁਆਇੰਟ ਹੋਇਆ ਤੇ ਉਦੋਂ ਮੈਂ ਵੀ ਕਾਨਪੁਰ ਗਿਆ ਸੀ ਉੱਥੇ ਕਮੇਟੀ ਬਣਾਈ ਸੀ ਉੱਥੇ ਹਰਬੰਸ ਸਿੰਘ ਭੱਲਾ ਹੁੰਦੇ ਸੀ ਜੋ ਕਾਨਪੁਰ ਦੇ ਵਿੱਚ ਇੱਕ ਬੜੇ ਵੱਡੇ ਲੀਡਰ ਸੀ ਉਹਨਾਂ ਦੇ ਘਰੇ ਰਹਿ ਕੇ ਹੀ ਅਸੀਂ ਉੱਥੇ ਐਫੀਡੇਵਿਟ ਇਕੱਠੇ ਕੀਤੇ ਸੀ ਇਹ ਵੀ ਐਫੀਡੇਵਿਟ ਜੋ ਇਹਨਾਂ ਦੇ ਤੇਜ ਪ੍ਰਤਾਪ ਸਿੰਘ ਦੇ ਦੂਜੇ ਬੇਟੇ ਦਾ ਐਫੀਡੇਵਿਟ ਹੈ ਇਹ ਵੀ ਐਫੀਡੇਵਿਟ ਮਿਸ਼ਰਾ ਕਮਿਸ਼ਨ ਦੇ ਵਿੱਚ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ ਤੇ ਉਸੇ ਦੇ ਬੇਸ ਦੇ ਉੱਤੇ ਇਹ ਹੁਣ ਪ੍ਰੋਸੀਡਿੰਗ ਜਿਹੜੀਆਂ ਚੱਲ ਰਹੀਆਂ ਉਸ ਤੋਂ ਬਾਅਦ ਜਦੋਂ ਮਿਸ਼ਰਾ ਕਮਿਸ਼ਨ ਦੇ ਹੀਅਰਿੰਗ ਉੱਥੇ ਹੋਈਆਂ ਉਦੋਂ ਵੀ ਮੈਂ ਉੱਥੇ ਗਿਆ ਸੀ ਤੇ ਉਦੋਂ ਦੀ ਗੱਲ ਆ ਉਦੋਂ ਇੱਕ ਇਹਨਾਂ ਨੇ ਭੱਲਾ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਕ ਆਰਮੀ ਦਾ ਕੈਪਟਨ ਹੈ ਕੈਪਟਨ ਭੈਰਤ ਉਸਨੇ ਆ ਕੇ ਇਹਨਾਂ ਨੂੰ ਦੱਸਿਆ ਕਿ ਮੈਂ 1 ਤਰੀਕ ਨੂੰ ਸਵੇਰੇ ਜਦੋਂ ਮੌਬ ਇਕੱਠਾ ਹੋਇਆ ਤੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਉਦੋਂ ਇਹ ਕੈਪਟਨ ਭੈਰਤ ਨੇ ਆਰਡਰ ਮੰਗੇ ਕਿ ਮੈਨੂੰ ਗੋਲੀ ਚਲਾਉਣ ਦੇ ਆਰਡਰ ਦਿਓ ਇਹ ਬਰਜਿੰਦਰ ਨੇ ਉਹਨੂੰ ਆਰਡਰ ਨਹੀਂ ਦਿੱਤੇ ਇਹ ਅਸੀਂ ਇਹਨਾਂ ਦੇ ਭੱਲਾ ਸਾਹਿਬ ਨੇ ਦੱਸਿਆ ਸੀ ਮਿਸ਼ਰਾ ਕਮਿਸ਼ਨ 'ਚ ਐਪਲੀਕੇਸ਼ਨ ਫਾਈਲ ਕੀਤੀ ਕੈਪਟਨ ਭੈਰਤ ਨੂੰ ਅਸੀਂ ਮਿਸ਼ਰਾ ਕਮਿਸ਼ਨ ਦੇ ਵਿੱਚ ਸਮਨ ਕੀਤਾ ਇਹ ਮਿਸ਼ਰਾ ਕਮਿਸ਼ਨ ਦੇ ਵਿੱਚ ਇਹ ਪੂਰੀ ਉਹਦੇ ਕੈਪਟਨ ਭੈਰਤ ਦੀ ਇਹ ਜੋ ਮਿਸ਼ਰਾ ਦੀ ਰਿਪੋਰਟ ਆ ਉਹਦੇ 'ਚ ਕੈਪਟਨ ਭੈਰਤ ਦੀ ਪੂਰੀ ਐਵੀਡੈਂਸ ਰਿਕਾਰਡਡ ਆ ਤੇ ਇਹ ਆ ਸੀ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦੇ 53ਵਾਂ ਪੇਜ ਤੇ ਆ ਕੈਪਟਨ ਭੈਰਤ ਹੈਜ਼ ਟੋਲਡ ਦ ਕਮਿਸ਼ਨ ਕੈਪਟਨ ਭੈਰਤ ਨੇ ਆ ਕੇ ਸਾਰੀ ਸਟੋਰੀ ਜੋ ਮਿਸ਼ਰਾ ਕਮਿਸ਼ਨ ਨੂੰ ਜੋ ਸੁਪਰੀਮ ਕੋਰਟ ਦਾ ਜੱਜ ਸੀ ਉਸ ਨੂੰ ਆ ਕੇ ਜੋ ਦੱਸੀ ਉਹ ਕਹਿੰਦਾ ਉਹਨਾਂ ਨੇ ਆਰਮੀ ਨੂੰ 1 ਤਰੀਕ ਨੂੰ ਸਵੇਰੇ ਬੁਲਾ ਲਿਆ ਕਾਨਪੁਰ 'ਚ 1 ਤਰੀਕ ਨੂੰ ਸਵੇਰੇ ਹੀ ਕਰਫਿਊ ਲਗਾ ਦਿੱਤਾ ਸੀ ਉੱਥੇ ਕਹਿੰਦਾ ਇੱਕ ਘਰ ਦੇ ਆਸੇ ਪਾਸੇ ਉਹਨਾਂ ਨੇ ਘੇਰਿਆ ਵਾ ਸੀ ਤੇ ਘਰ ਦੇ ਅੰਦਰ ਸਰਦਾਰ ਪਰਿਵਾਰ ਸੀ ਤੇ ਬਹੁਤ ਵੱਡਾ ਮੌਬ ਇਕੱਠਾ ਹੋਇਆ ਸੀ ਤੇ ਉਹ ਕਹਿੰਦਾ ਉੱਥੋਂ ਘਰ ਦਾ ਜਿਹੜਾ ਸਰਵੈਂਟ ਸੀ ਉਹ ਭੱਜਿਆ ਸਾਡੇ ਕੋਲ ਆਇਆ ਕਹਿੰਦਾ ਜੀ ਤੁਸੀਂ ਇਹਨਾਂ ਨੂੰ ਬਚਾਓ ਉੱਥੇ STM ਸੀ ਮਿਸਿਸ ਤੋਮਰ ਉਹ ਆਰਮੀ ਦੇ ਨਾਲ ਲੱਗੀ ਸੀ ਇਹਨੇ ਨਾਲ DM ਵੀ ਉੱਥੇ ਆ ਗਿਆ ਜਦੋਂ ਇਹ DM ਨੇ ਕਿਹਾ ਆਰਮੀ ਨੂੰ ਤੁਸੀਂ ਐਕਸ਼ਨ ਨਾ ਲਾਓ ਮੈਂ ਜਾ ਕੇ ਇਹਨਾਂ ਨਾਲ ਗੱਲ ਕਰਦਾ ਉਹ ਮੌਬ ਦੇ ਕੋਲੇ ਚਲਾ ਗਿਆ ਮੌਬ ਦੇ ਨਾਲ ਗੱਲਾਂ ਕਰਕੇ ਆਇਆ ਜੋ DM ਸੀ ਜਦੋਂ ਵਾਪਸ ਆਇਆ ਤੇ ਆ ਕੇ ਇਹਨਾਂ ਨੂੰ ਫੌਜ ਨੂੰ ਕਿਹਾ ਕਿ ਤੁਸੀਂ ਇੱਥੋਂ ਜਾਓ ਇਹਨੇ ਜੋ ਕੈਪਟਨ ਭੈਰਤ ਨੇ ਕਿਹਾ ਕਿ ਮੈਂ IAFT 908 ਨੰਬਰ ਫਾਰਮ ਹੁੰਦਾ ਜੋ ਆਰਮੀ ਨੇ ਮੈਜਿਸਟ੍ਰੇਟ ਤੋਂ ਸਾਈਨ ਕਰਾਉਣਾ ਹੁੰਦਾ ਐਕਸ਼ਨ ਲੈਣ ਲਈ ਇਹ ਕਹਿੰਦਾ ਮੈਂ ਉਹ ਮੈਜਿਸਟ੍ਰੇਟ ਜਿਹੜੀ ਮਿਸਿਸ ਤੋਮਰ ਨੂੰ ਕਿਹਾ ਫਾਰਮ ਸਾਈਨ ਕਰ ਮੈਂ ਐਕਸ਼ਨ ਲਊਂਗਾ ਕਰਫਿਊ ਲੱਗਿਆ ਵਾ ਤੇ ਇਹ ਮੌਬ ਇੱਥੇ ਇਕੱਠਾ ਕਿਵੇਂ ਹੋਇਆ DM ਨੇ ਮਨਾ ਕਰਤਾ DM ਕਹਿੰਦਾ ਨਾ ਮੈਂ ਸਾਈਨ ਕਰਾਂਗੀ ਨਾ ਤੂੰ ਸਾਈਨ ਕਰੇਗਾ ਔਰ ਆਰਮੀ ਨੂੰ ਕਿਹਾ ਤੁਸੀਂ ਇੱਥੋਂ ਚਲੇ ਜਾਓ ਮੈਂ ਆਪੇ ਸਿਚੁਏਸ਼ਨ ਦੇਖੂੰਗਾ ਮੇਰੇ ਕੋਲ ਪੁਲਿਸ ਸਾਹਿਬ ਤੋਂ ਚਲੇ ਜਾਓ ਇੱਥੋਂ ਉਸਨੇ ਜ਼ਬਰਦਸਤੀ ਉੱਥੋਂ ਆਰਮੀ ਨੂੰ ਆਰਡਰ ਦੇ ਕੇ ਪਰੇ ਭੇਜਤਾ ਉਸ ਤੋਂ ਮਗਰੋਂ
ਉੱਥੇ ਉਹ ਡੀਐਮ ਦੀ ਪ੍ਰੈਜ਼ੈਂਸ ਤੇ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਮੌਬ ਨੇ ਉਹ ਘਰ ਦੇ ਉੱਤੇ ਅਟੈਕ ਕੀਤਾ। ਉੱਥੇ 2 ਘਰ ਸੀਗੇ, ਉਹ ਸਿੱਖਾਂ ਨੂੰ ਉੱਥੇ ਘਰ ਦੇ ਅੰਦਰ ਚਲਾਇਆ ਤੇ ਨਾਲ ਜੋ ਉੱਥੇ ਹਾਲ ਕੀਤੇ, ਜੋ ਉੱਥੋਂ ਇਹ ਸ਼ੁਰੂ ਹੋਈ ਆ। ਜੇਕਰ ਉਹ 1 ਨਵੰਬਰ ਸਵੇਰੇ ਉਹ ਕੈਪਟਨ ਬੈਰਥ ਨੂੰ ਕੰਟਰੋਲ ਕਰਨ ਦੇ ਆਰਡਰ ਦੇ ਦਿੰਦੇ ਤਾਂ ਕਾਨਪੁਰ 'ਚ ਕੁਛ ਨਹੀਂ ਸੀ ਹੋਣਾ। 127 ਸਿੱਖਾਂ ਦਾ ਉੱਥੇ ਕਤਲ ਹੋਇਆ ਤੇ ਬੁਰੀ ਤਰ੍ਹਾਂ ਨਾਲ ਕਤਲ ਹੋਇਆ। ਧੀਆਂ ਭੈਣਾਂ ਦਾ ਬੁਰਾ ਹਾਲ ਹੋਇਆ। ਸਾਡਾ ਜਿਹੜਾ ਐਵੀਡੈਂਸ ਉੱਥੇ ਆਇਆ ਮਿਸ਼ਰਾ ਕਮਿਸ਼ਨ ਦੇ ਅੱਗੇ, ਉਹਦੇ ਮੁਤਾਬਕ 13 ਸਿੱਖ ਕੁੜੀਆਂ ਨੂੰ ਗੈਂਗਰੇਪ ਕੀਤਾ, ਪਿਓ ਨੂੰ ਮਾਰਤਾ, ਧੀ ਨੂੰ ਚੁੱਕੇ ਲੈ ਗਏ, ਘਰ ਵਾਲੇ ਨੂੰ ਮਾਰਤਾ, ਜਨਾਨੀ ਨੂੰ ਚੁੱਕੇ ਲੈ ਗਏ, ਭਰਾ ਨੂੰ ਮਾਰਤਾ, ਭੈਣ ਦੇ ਨਾਲ ਬੁਰਾ ਹਾਲ ਕੀਤਾ। 13 ਸਿੱਖ ਕੁੜੀਆਂ ਨਾਲ ਇਹੋ ਜਿਹਾ ਹਾਲ ਕੀਤਾ। ਜੋ ਡਾਕਟਰ ਜਿਹਨੇ ਕੁੜੀਆਂ ਨੂੰ ਟ੍ਰੀਟ ਕੀਤਾ ਉਹਨੇ ਵੀ ਆ ਕੇ ਬਿਆਨ ਦਿੱਤੇ, ਉਸਨੇ ਵੀ ਆ ਕੇ ਕਮਿਸ਼ਨ ਦੇ ਵਿੱਚ ਦੱਸਿਆ ਕਿ ਜੋ ਹਾਲ ਕੀਤਾ। ਮਿਸ਼ਰਾ ਕਮਿਸ਼ਨ ਨੇ ਜੋ ਰਿਕਮੈਂਡ ਕੀਤਾ ਕਿ ਇਹ ਜੋ ਬਰਜਿੰਦਰ ਆ ਡੀਐਮ, ਇਹਦੇ ਤੇ ਇਨਕੁਆਇਰੀ ਕੀਤੀ ਜਾਵੇ ਤੇ ਇਹ ਤੇ ਐਕਸ਼ਨ ਲਿਆ ਜਾਵੇ, ਬੜਾ ਸਖਤ ਐਕਸ਼ਨ ਲਿਆ ਜਾਵੇ, ਕਿਉਂਕਿ ਇਹਨੇ ਸਭ ਕੁਝ ਕਰਾਇਆ। ਇੱਕ ਮੈਂ ਤੁਹਾਨੂੰ ਹੋਰ ਦੱਸਾਂ, ਸਾਡੇ ਕੋਲ ਇੱਕ ਹੋਰ ਐਵੀਡੈਂਸ ਕੀ ਆਇਆ। 31 ਤਰੀਕ ਨੂੰ ਸਿੱਖਾਂ ਨੇ ਕਿਹਾ ਕਿ ਜੀ ਪੁਲਿਸ ਸਾਡੇ ਨਾਲ ਬੜਾ ਕੋਆਪਰੇਟ ਕਰ ਰਹੀ ਸੀ, 31 ਅਕਤੂਬਰ ਨੂੰ। ਪਰ 1 ਨਵੰਬਰ ਸਵੇਰ ਤੋਂ ਕਹਿੰਦੇ ਪਤਾ ਨਹੀਂ ਕੀ ਹੋਇਆ, ਪੁਲਿਸ ਦਾ ਬਿਲਕੁਲ ਐਟੀਟਿਊਡ ਦੂਜਾ ਹੋ ਗਿਆ, ਪੁਲਿਸ ਸਭਾ ਦੰਗਈਆਂ ਦੇ ਨਾਲ ਮਿਲ ਗਈ। ਉਹ 1 ਨਵੰਬਰ ਤੋਂ ਕੀ ਹੋਇਆ ਮੈਂ ਤੁਹਾਨੂੰ ਦੱਸਦਾ। 31 ਨੂੰ ਸ਼ਾਮ ਨੂੰ ਜੋ ਇੱਥੇ ਦਿੱਲੀ ਵਿੱਚ ਹੋਇਆ, ਜੋ ਏਮਸ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਦੇ ਉੱਤੇ ਇਹਨਾਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਉੱਤੇ ਅਟੈਕ ਕੀਤਾ ਪੁਲਿਸ ਦੀ ਪੂਰੀ ਪ੍ਰੈਜ਼ੈਂਸ ਦੇ ਵਿੱਚ। ਪ੍ਰੈਜ਼ੀਡੈਂਟ ਆਫ ਇੰਡੀਆ ਗਿਆਨੀ ਜੈਲ ਸਿੰਘ, ਉਹਦੇ ਕਾਫਲੇ ਤੇ ਅਟੈਕ ਕੀਤਾ। ਪ੍ਰੈਜ਼ੀਡੈਂਟ ਦੇ ਕਾਰ ਦੇ ਸ਼ੀਸ਼ੇ ਤੋੜਤੇ। ਪ੍ਰੈਜ਼ੀਡੈਂਟ ਦਾ ਇੱਕ ਬਾਡੀਗਾਰਡ ਜੋ ਸੀ ਉਹਦਾ ਸਿਰ ਪਾੜਤਾ ਤੇ ਉਹ ਜੋ ਪਿੱਛੇ ਪ੍ਰੈਜ਼ੀਡੈਂਟ ਦੇ ਕਾਰ ਸੀ ਉਹਦੇ ਸੈਕਟਰੀ ਦੇ ਤਰਲੋਚੇ ਸਿੰਘ ਦੀ, ਉਹਦੇ ਸ਼ੀਸ਼ੇ ਤੋੜ ਕੇ ਅੰਦਰ ਜਲਦੀਆਂ ਮਸਾਲਾ ਸੁੱਟਤੀਆਂ ਤੇ ਇਹ ਸਾਰਾ ਮੀਡੀਆ ਦੇ ਵਿੱਚ ਆਇਆ। ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਪੁਲਿਸ ਸਾਇਲੈਂਟ ਖੜੀ ਰਹੀ, ਕੋਈ ਉਹਦੀ FIR ਨਹੀਂ ਰਜਿਸਟਰ ਕੀਤੀ, ਕਿਸੇ ਬੰਦੇ ਉੱਤੇ ਐਕਸ਼ਨ ਨਹੀਂ ਲਿਆ, ਕਿਸੇ ਨੂੰ ਅਰੈਸਟ ਨਹੀਂ ਕੀਤਾ। ਇਸ ਦੇ ਨਾਲ ਇਹਨਾਂ ਨੇ ਉਦੋਂ ਦੀ ਜੋ ਰਾਜੀਵ ਸਰਕਾਰ ਨੇ ਸਾਰੇ ਇੰਡੀਆ ਵਿੱਚ ਮੈਸੇਜ ਭੇਜਤਾ ਕਿ ਜੇ ਪ੍ਰੈਜ਼ੀਡੈਂਟ ਦੇ ਉੱਤੇ ਅਟੈਕ ਤੇ ਪੁਲਿਸ ਨੇ ਐਕਸ਼ਨ ਲੈ ਰਹੀ ਤੇ ਬਾਕੀ ਸਿੱਖਾਂ ਦੇ ਉੱਤੇ ਅਟੈਕ ਤੇ ਕਿਵੇਂ ਐਕਸ਼ਨ ਲਊਗੀ। ਇਸੇ ਕਰਕੇ ਜੋ ਮੈਸੇਜ ਇੱਥੋਂ ਗਿਆ ਪ੍ਰਾਈਮ ਮਿਨਿਸਟਰ ਆਫਿਸ ਤੋਂ, ਇੱਥੋਂ ਜੋ ਗਿਆ ਮੈਸੇਜ ਉਹ ਸਾਰੇ ਇੰਡੀਆ 'ਚ ਫੈਲ ਗਿਆ। 1 ਨਵੰਬਰ ਤੋਂ ਸਭ ਦਾ ਰਵੱਈਆ ਬਦਲ ਗਿਆ। ਸਿਰਫ ਇੱਕੋ ਇੱਕ ਸਟੇਟ ਸੀ ਵੈਸਟ ਬੰਗਾਲ, ਜਿੱਥੇ ਉਹਨਾਂ ਨੇ 31 ਨੂੰ ਹੀ ਕੰਟਰੋਲ ਕਰ ਲਿਆ ਸੀ ਤੇ 1 ਨੂੰ ਕੁਛ ਨਹੀਂ ਹੁੰਦਾ। ਬਰਧਮਾਨ ਥੋੜਾ ਜਿਹਾ ਹੋਇਆ, ਆਸਨਸੋਲ ਥੋੜਾ ਜਿਹਾ ਹੋਇਆ ਬਸ। ਉਹਦੇ ਮੁਕਾਬਲੇ ਜਦੋਂ ਬੜੀ ਵੋਲੇਟਾਈਲ ਆ ਕਲਕੱਤਾ ਤਾਂ ਬਹੁਤ, ਦਿੱਲੀ ਤਾਂ ਬੜੀ ਸ਼ਾਂਤ ਆ। ਤੇ ਇਹ ਇਸ ਤਰ੍ਹਾਂ ਤੇ ਇਹ ਜਦੋਂ ਮਿਸ਼ਰਾ ਕਮਿਸ਼ਨ ਨੇ ਰਿਕਮੈਂਡ ਕੀਤਾ ਕਿ ਬਰਜਿੰਦਰ ਦੇ ਅਗੇਂਸਟ ਐਕਸ਼ਨ ਲਓ, ਐਕਸ਼ਨ ਤਾਂ ਕੀ ਲੈਣਾ ਸੀ। ਉਹ ਬਰਜਿੰਦਰ ਉਸ ਤੋਂ ਮਗਰੋਂ 4 ਪ੍ਰਮੋਸ਼ਨਾਂ ਹੋ ਕੇ ਚੀਫ ਸੈਕਟਰੀ ਹੋ ਕੇ ਰਿਟਾਇਰ ਹੋ ਗਿਆ। 4 ਪ੍ਰਮੋਸ਼ਨਾਂ ਹੋ ਕੇ ਚੀਫ ਸੈਕਟਰੀ ਬਣ ਕੇ ਰਿਟਾਇਰ ਹੋ ਗਏ। ਹੁਣ ਜਦੋਂ SIT ਨੇ ਕੇਸ ਰੀਓਪਨ ਕੀਤੇ ਆ, ਹੁਣ ਅਸੀਂ SIT ਨੂੰ ਇਹ ਲਿਖ ਰਹੇ ਹਾਂ ਤੇ UP ਸਰਕਾਰ ਨੂੰ ਇਹ ਲਿਖ ਰਹੇ ਹਾਂ ਕਿ ਉਹ ਬਰਜਿੰਦਰ ਵਾਲਾ DM ਵਾਲਾ ਵੀ ਕੇਸ ਰੀਓਪਨ ਕਰੋ। ਇੱਕ ਕੌਨਸਪੀਰੇਸੀ ਦੇ ਵਿੱਚ DM ਨੂੰ ਨਾਲ ਮੁਲਜ਼ਮ ਬਣਾਓ ਕਿ DM ਨੇ ਜਿਹੜਾ ਕੋਲੇ ਖੜੇ ਹੋ ਕੇ ਆਰਮੀ ਨੂੰ ਭੇਜ ਕੇ ਸਿੱਖਾਂ ਨੂੰ ਮਰਵਾਇਆ, ਉਹ DM ਨੂੰ ਨਾਲ ਕੌਨਸਪੀਰੇਸੀ 'ਚ ਨਾਲ ਮੁਲਜ਼ਮ ਬਣਾਓ, ਉਹਨੂੰ ਵੀ ਨਾਲ। ਇਹ ਜੋ ਅੱਜ ਤੱਕ ਜੋ ਇਹ ਹੋ ਰਿਹਾ, ਇਹ ਮਤਲਬ ਕਿ ਸਾਡੇ ਚੋਂ ਜਿਹੜੇ ਕਈ ਸੋਚਦੇ ਆ ਕਿ ਬਸ ਹੁਣ ਬੜਾ ਹੋ ਗਿਆ, ਹੁਣ ਭੁੱਲ ਜਾਈਏ। ਦੇਖੋ ਮਰਜ਼ੀ ਤੁਹਾਡੀ, ਜਿਹੜੇ ਭੁੱਲਣ ਵਾਲੇ ਉਹ ਭੁੱਲ ਜਾਓ, ਮੈਂ ਤਾਂ ਨਹੀਂ ਭੁੱਲ ਸਕਦਾ। ਹੋਰ ਵੀ ਮੇਰੇ ਨਾਲ ਕੁਛ ਕਹਿ ਕੇ ਨਹੀਂ। ਦੇਖੋ ਅੱਜ ਆਪਾਂ ਜਿਊਜ਼ ਦੀਆਂ ਗੱਲਾਂ ਕਰਦੇ ਹਾਂ, ਜਿਊਜ਼ ਦਾ ਤੁਸੀਂ ਦੇਖ ਲਓ, ਉਹ ਤਾਂ 1940-42 ਦੀਆਂ ਗੱਲਾਂ ਨੇ, ਉਹ ਅਜੇ ਤੱਕ ਨਹੀਂ ਭੁੱਲੀ, ਉਹਨੂੰ ਪਰਸਿਊ ਕਰ ਰਹੀ ਹੈ ਦੁਨੀਆ। ਉਹ ਕੰਮਾਂ ਨੂੰ ਯਾਦ ਕਰਦੀ ਹੈ ਜਿਹੜੀਆਂ ਕੰਮਾਂ ਆਪਣੇ ਤੇ ਤਸ਼ੱਦਦ ਹੋਏ, ਭੁੱਲਦੀਆਂ ਨਹੀਂ ਤੇ ਉਹਨਾਂ ਨੂੰ ਅੱਗੇ ਲੌਜੀਕਲ ਐਂਡ ਤੱਕ ਲੈ ਕੇ ਜਾਂਦੇ ਆ। ਇਹ ਆਪਣੇ ਆਪ ਨੂੰ ਇੱਕ ਸਟਰੋਂਗ ਕੌਮ ਦਿਖਾਉਣ ਦੇ ਵਾਸਤੇ ਬਹੁਤ ਜ਼ਰੂਰੀ ਆ। ਤੇ ਅੱਜ ਵੀ ਇਹ ਕੇਸ ਦੇਖੋ, ਛੱਡਾਂਗੇ ਨਹੀਂ।
ਭੁੱਲਾਂਗੇ ਨਹੀਂ, ਲੈ ਕੇ ਜਾਵਾਂਗੇ, ਅਖੀਰ ਤੱਕ ਲੈ ਕੇ ਜਾਵਾਂਗੇ। ਹੁਣ ਉਹ ਬਜਿੰਦਰ ਨੂੰ ਫਿਰ ਇਹਦੇ ਵਿੱਚ ਮੁਲਜ਼ਮ ਬਣਾ ਕੇ ਹੁਣ ਫਿਰ ਇਹ ਨਵੀਂ SIT ਦੇ ਵਿੱਚ ਉਹ ਕਾਰਵਾਈ ਸ਼ੁਰੂ ਕਰਾਵਾਂਗੇ। ਮੈਂ ਅੱਜ ਦੀ ਖਬਰ ਸੀ ਤਾਂ ਤੁਹਾਨੂੰ ਇਹਦੇ ਬਾਰੇ ਮੈਂ ਕਿਹਾ ਦੱਸਾਂ, ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਜੋ ਹੋਰ ਡਿਵੈਲਪਮੈਂਟ ਵਿੱਚ ਹੋਊਗੀ ਤੁਹਾਨੂੰ ਸਮੇਂ-ਸਮੇਂ ਤੇ ਦੱਸਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।